ਹਰਮੀਤ ਨੇ ਲਿਖਿਆ ਹੈ। ਸਤਿ ਸ੍ਰੀ ਅਕਾਲ ਬਾਬਾ ਜੀ। ਬਾਬਾ ਜੀ ਕਿਰਪਾ ਕਰਕੇ ਰੱਬ 'ਤੇ ਭਰੋਸਾ ਵੱਧ ਜਾਏ ਐਸਾ ਸਮਝਾਉਣਾ ਕਰੋ ਜੀ, ਤਾਂ ਜੋ ਰੱਬ 'ਤੇ ਭਰੋਸਾ ਕਰਕੇ ਦੁਨੀਆ ਵੱਲੋਂ ਧਿਆਨ ਹੌਲੀ ਹੌਲੀ ਹਟ ਸਕੇ। ਬੁੱਧੀ ਦੁਆਰਾ ਸਮਝਣ ਨਾਲ ਮਨ ਆਪਣੀ ਪਕੜ ਨਹੀਂ ਛੱਡਦਾ। ਕਿਰਪਾ ਕਰੋ ਜੀ। ਮੇਰੇ ਸਮਝਾਉਣ ਦੁਆਰਾ ਹੀ ਰੱਬ 'ਤੇ ਭਰੋਸਾ ਥੋੜ੍ਹੀ ਆਵੇਗਾ। ਨਾ ਹੀ ਤੁਸੀਂ ਸਮਝ ਕੇ ਯਕੀਨ ਕਰੋਗੇ। ਭਰੋਸੇ ਦਾ ਮਤਲਬ ਹੁੰਦਾ ਯਕੀਨ। ਤੁਸੀਂ ਦੁਨੀਆ ਦੇ ਤਲ 'ਤੇ ਜੀ ਰਹੇ ਹੋ। ਆਮ ਸਧਾਰਨਤ ਹੈ ਦੁਨੀਆ ਦੀ ਭਾਸ਼ਾ ਵਿੱਚ ਹੀ ਸਮਝੋ। ਜਿਵੇਂ ਤੁਹਾਨੂੰ ਕੋਈ ਕੰਮ ਕਰਨ ਵਾਸਤੇ ਕਵੇ, 1000 ਤਰ੍ਹਾਂ ਦੇ ਕੰਮ ਹਨ ਵੀ ਇਹ ਕੰਮ ਕਰ ਲਓ, ਇਹਦੇ 'ਚ ਬੜਾ ਹੀ ਫਾਇਦਾ ਹੈ, ਬਹੁਤ ਲਾਭ ਹੋਵੇਗਾ। ਅਕਸਰ ਲੋਕ ਸਲਾਹਾਂ ਦਿੰਦੇ ਹਨ ਵੀ ਆਹ ਮੇਰੀ ਗੱਲ ਮੰਨੋ, ਇਹ ਦਾਅ 'ਤੇ ਲਾਓ, ਕੰਮ ਕਰੋ। ਤੁਸੀਂ ਪਹਿਲਾਂ ਉਹਦੇ ਵੱਲ ਦੇਖਦੇ ਹੋ ਜਿਹੜਾ ਕਹਿ ਰਿਹਾ ਹੈ, ਕੰਮ ਕਰਨ ਵਾਸਤੇ ਸਲਾਹ ਦੇ ਰਿਹਾ ਹੈ, ਵੀ ਇਹ ਭਰੋਸੇਯੋਗ ਬੰਦਾ ਹੈ। ਤੁਸੀਂ ਗੌਰ ਨਾਲ ਸੁਣਦੇ ਹੋ, ਸਮਝਦੇ ਹੋ, ਫਿਰ ਤੁਸੀਂ ਦੇਖਦੇ ਹੋ ਵੀ ਬੰਦਾ ਇਹ ਥੋੜ੍ਹਾ ਭਰੋਸੇਯੋਗ ਹੈ। ਜਦੋਂ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਬੰਦਾ ਕਹਿ ਰਿਹਾ ਹੈ ਭਰੋਸੇਯੋਗ ਹੈ, ਅਤੇ ਤੁਸੀਂ ਇਹ ਫਿਰ ਜੋ ਕੰਮ ਕਰਨ ਵਾਸਤੇ ਕਹਿ ਰਿਹਾ ਹੈ ਦਾਅ 'ਤੇ ਲਾਉਣ ਵਾਸਤੇ, ਤੁਸੀਂ ਲਾ ਦਿੰਦੇ ਹੋ। ਅਗਰ ਤੁਸੀਂ ਸਫਲ ਹੋ ਜਾਂਦੇ ਹੋ ਫਿਰ ਤੁਹਾਨੂੰ ਉਸ ਬੰਦੇ 'ਤੇ ਪੂਰਾ ਭਰੋਸਾ ਬਣਦਾ ਹੈ। ਉਹਨੂੰ ਧਾਰਮਿਕ ਜਗਤ ਦੇ ਵਿੱਚ ਸ਼ਰਧਾ ਕਹਿੰਦੇ ਹਨ। ਅਤੇ ਭਰੋਸਾ ਬਣਿਆ ਕਿਵੇਂ? ਜੋ ਉਹਨੇ ਕਿਹਾ ਸੀ ਉਹ ਕਰਕੇ ਦੇਖਿਆ। ਜੇ ਅਸਫਲ ਹੋ ਗਏ ਤਾਂ ਭਰੋਸਾ ਟੁੱਟ ਗਿਆ, ਜੇ ਸਫਲ ਹੋ ਗਏ ਤਾਂ ਉਹਦੇ 'ਤੇ ਭਰੋਸਾ ਬਣ ਗਿਆ। ਅਤੇ ਬਣਦਾ ਉਦੋਂ ਹੀ ਹੈ ਜਦੋਂ ਤੁਸੀਂ ਕਰਕੇ ਨਤੀਜਾ ਦੇਖ ਲੈਂਦੇ ਹੋ ਵੀ ਜੈਸਾ ਇਹਨੇ ਕਿਹਾ ਹੈ ਵੈਸਾ ਹੀ ਹੋ ਗਿਆ। ਠੀਕ ਹੈ, ਬੰਦਾ ਭਰੋਸੇਯੋਗ ਹੈ। ਇਵੇਂ ਹੀ ਅਧਿਆਤਮਿਕ ਜਗਤ ਦੇ ਵਿੱਚ ਜਿਹੜਾ ਕਹਿ ਰਿਹਾ ਹੈ ਪਹਿਲਾਂ ਉਹਦੇ 'ਤੇ ਭਰੋਸਾ ਆਉਂਦਾ ਹੈ ਵੀ ਉਹ ਸੱਚਾ ਸੁੱਚਾ ਸਹਿਜ ਮਨੁੱਖ ਹੈ, ਭਰੋਸੇਯੋਗ ਹੈ। ਅਤੇ ਜਿਹੜਾ ਭਰੋਸਾ ਕਰਕੇ ਉਹਨਾਂ ਦੇ ਬਚਨਾਂ 'ਤੇ ਅਮਲ ਕਰਦਾ ਹੈ ਅਤੇ ਅਮਲ ਕਰਕੇ ਫਿਰ ਨਤੀਜਾ ਉਹਨੂੰ ਪਤਾ ਲੱਗਦਾ ਹੈ ਨਾ ਵੀ ਜੋ ਉਹਨਾਂ ਨੇ ਕਿਹਾ ਸੀ ਇਹ ਸੱਚ ਹੈ, ਫਿਰ ਸ਼ਰਧਾ ਪੈਦਾ ਹੁੰਦੀ। ਇਹ ਗੱਲ ਖਿਆਲ ਵਿੱਚ ਰੱਖਿਓ, ਸ਼ਰਧਾ ਪਹਿਲਾਂ ਪੈਦਾ ਨਹੀਂ ਹੁੰਦੀ ਹੈ, ਸੁਣ ਕੇ ਹੀ, ਸਮਝ ਕੇ ਵੀ ਨਹੀਂ ਹੋਣੀ ਹੈ। ਜਦੋਂ ਕਰਕੇ ਕੋਈ ਦੇਖ ਲੈਂਦਾ ਹੈ ਤੁਹਾਨੂੰ ਵੈਸਾ ਅਨੁਭਵ ਪ੍ਰਤੀਤ ਹੁੰਦਾ ਹੈ, ਵੈਸਾ ਉਹ ਜਾਣਦਾ ਹੈ, ਫਿਰ ਵਾਸਤਵਿਕ ਸ਼ਰਧਾ ਪੈਦਾ ਹੁੰਦੀ ਹੈ। ਇਵੇਂ ਹੀ ਪੁਰਾਤਨ ਸਮੇਂ ਦੇ ਵਿੱਚ ਵੀ ਸਤਿਗੁਰੂ ਉਪਦੇਸ਼ ਕਰਦੇ ਰਹੇ ਸਨ, ਪਰ ਸਾਰਿਆਂ ਨੂੰ ਭਰੋਸਾ ਪੈਦਾ ਨਹੀਂ ਸੀ ਹੁੰਦਾ। ਪਹਿਲੀ ਗੱਲ ਤਾਂ ਭਰੋਸਾ ਉਹਨੂੰ ਪੈਦਾ ਹੁੰਦਾ ਹੈ ਜਿਹਦੇ ਅੰਦਰ ਜਿਗਿਆਸਾ ਹੁੰਦੀ ਹੈ, ਪਿਆਸ ਹੁੰਦੀ ਹੈ ਪ੍ਰਭੂ ਨੂੰ ਪਾਉਣ ਦੀ। ਤੋ ਗੌਰ ਦੇ ਨਾਲ ਪ੍ਰਭੂ ਪਿਆਰਿਆਂ ਨੂੰ ਦੇਖਦਾ ਹੈ, ਸੁਣਦਾ ਹੈ, ਸਮਝਦਾ ਹੈ, ਅਤੇ ਉਹਦੇ ਅੰਦਰ ਚਿੰਗਾਰੀ ਫੁੱਟਦੀ ਹੈ, ਤੜਫ ਜਿਹਨੂੰ ਕਹਿੰਦੇ ਹਨ, ਪਿਆਸ।
ਫਿਰ ਉਹ ਅਮਲ ਕਰਦਾ ਹੈ ਅਤੇ ਅਮਲ ਕੀਤਿਆਂ ਹੀ ਉਹਨੂੰ ਪਤਾ ਲੱਗਦਾ ਹੈ ਵੀ ਵਾਸਤਵਿਕ ਜੋ ਇਹ ਕਹਿ ਰਹੇ ਹਨ। ਹੁਣ ਅਜੋਕੇ ਸਮੇਂ ਦੇ ਵਿੱਚ ਵੀ ਜ਼ਿਆਦਾਤਰ ਲੋਕ ਪੁਰਾਣੇ ਸਤਿਗੁਰਾਂ ਦੇ ਉਪਦੇਸ਼ ਪੜ੍ਹਦੇ ਹਨ, ਸਮਝਦੇ ਵੀ ਹਨ, ਫਿਰ ਵੀ ਭਰੋਸਾ ਥੋੜ੍ਹੀ ਬਣ ਰਿਹਾ ਹੈ। ਤੁਸੀਂ ਖਿਆਲ ਕਰੋ, ਭਰੋਸਾ ਗੁਰੂ 'ਤੇ ਨਹੀਂ ਹੈ ਤੇ ਪ੍ਰਮਾਤਮਾ 'ਤੇ ਕਿਵੇਂ ਹੋਵੇਗਾ? ਪਹਿਲਾਂ ਤਾਂ ਗੁਰੂ 'ਤੇ ਹੋਵੇਗਾ ਨਾ, ਵੀ ਗੁਰੂ ਜੋ ਕਹਿ ਰਿਹਾ ਹੈ ਇਹ ਸੱਤ ਹੈ। ਹੁਣ ਗੁਰੂ 'ਤੇ ਕਹਿ ਰਿਹਾ ਹੈ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਪਰ ਸਿੱਖ ਸਮਝਦੇ ਹਨ। ਚਲੋ ਇਹ ਵੀ ਸਮਝ ਵਿੱਚ ਨਹੀਂ ਆ ਸਕਦਾ ਜਿੰਨਾ ਚਿਰ ਝੂਠ ਤੋਂ ਬਾਹਰ ਨਾ ਹੋਇਆ ਜਾ ਸਕੇ। ਪਰ ਜਿਹੜੀ ਦੂਸਰੀ ਗੱਲ ਗੁਰੂ ਕਹਿ ਰਿਹਾ ਹੈ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਵੀ ਤੁਸੀਂ ਥਿਰ ਟਿਕ ਕੇ ਬੈਠ ਜਾਓ, ਤੁਹਾਡੇ ਸਾਰੇ ਹੀ ਕਾਰਜ ਸਤਿਗੁਰੂ ਆਪ ਸਵਾਰੂਗਾ, ਕਰੂਗਾ। ਕਿਸੇ ਨੂੰ ਭਰੋਸਾ ਹੈ? ਕੋਈ ਬੈਠ ਰਿਹਾ ਹੈ ਟਿਕ ਕੇ? ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠ ਗਏ, ਉਹਨਾਂ ਨੂੰ ਭਰੋਸਾ ਰਿਹਾ ਹੋਵੇਗਾ ਬਾਬੇ ਨਾਨਕ ਤੇ। ਹੋਰ ਕਿਸੇ ਨੂੰ ਹੈ ਭਰੋਸਾ? ਕੋਈ ਬੈਠਦਾ? ਅਗਲਾ ਕਹਿੰਦਾ ਵੀ ਗੁਰੂ ਨੇ ਕਿਹਾ ਹੋ। ਉਹਨਾਂ ਵਾਸਤੇ, ਉਸ ਸਮੇਂ ਦੇ ਸਿੱਖਾਂ ਵਾਸਤੇ ਫਿਰ ਹੁਣ ਕਿਉਂ ਪਾਠ ਕਰ ਰਹੇ, ਹੁਣ ਕਿਉਂ ਬਾਣੀ ਪੜ੍ਹਦੇ ਜੇ ਭਰੋਸਾ ਹੀ ਨਹੀਂ ਹੈ? ਭਰੋਸਾ ਨਹੀਂ ਹੈ ਨਾ। ਵੀ ਭਰੋਸਾ ਸ਼ਰਧਾ ਦੇ ਵਿੱਚ ਉਦੋਂ ਤਬਦੀਲ ਹੁੰਦਾ ਹੈ ਜਦੋਂ ਜੋ ਕਿਹਾ ਹੈ ਉਹ ਕਰ ਲੈਣਗੇ ਤਾਂ। ਹੁਣ ਜਿਨ੍ਹਾਂ ਨੇ ਕਿਹਾ ਸੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤਾਂ ਉਹਨਾਂ ਨੇ ਸਤਿਗੁਰੂ ਨੂੰ ਪਾ ਲਿਆ ਸੀ। ਭਾਵ ਕਿ ਪਹਿਲਾਂ ਭਰੋਸਾ ਕੀਤਾ ਸੀ, ਅਮਲ ਕੀਤਾ, ਫਿਰ ਉਹਨਾਂ ਨੂੰ ਸ਼ਰਧਾ ਆਈ ਤਾਂ ਉਹਨਾਂ ਨੇ ਪਾਇਆ, ਜਾਣਿਆ, ਫਿਰ ਹੀ ਕਿਹਾ ਨਾ। ਸਿਰਫ ਪੜ੍ਹ ਕੇ ਥੋੜ੍ਹੀ ਭਰੋਸਾ ਆ ਜਾਣਾ ਵੀ ਤੇਰੇ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ ਪੜ੍ਹੀ ਜਾਓ। ਨਹੀਂ, ਫਿਰ ਬੈਠੋਗੇ ਤਾਂ ਹੀ ਪਤਾ ਲੱਗੇਗਾ ਨਾ ਵੀ ਉਹ ਕਾਰਜ ਕਰ ਰਿਹਾ ਹੈ, ਸਾਰੇ ਹੋ ਰਹੇ ਹਨ। ਉਹ ਹੀ ਕਰਦਾ ਹੈ। ਜਿਨ੍ਹਾਂ ਨੇ ਇਹ ਕਿਹਾ ਸੀ ਵੀ ਸੰਤਾਂ ਕੇ ਕਾਰਜ ਆਪ ਖਲੋਵਾ, ਹਰ ਕੰਮ ਕਰਾਵਣ ਆਇਆ ਰਾਂ, ਉਹ ਦੇਖ ਰਹੇ ਸਨ ਤੇ ਬੈਠੇ ਸਨ ਵੀ ਸਭ ਕੁਛ ਹੀ ਪ੍ਰਮਾਤਮਾ ਕਰ ਰਿਹਾ ਹੈ, ਅਲੱਗ-ਅਲੱਗ ਰੂਪਾਂ ਦੇ ਵਿੱਚ ਆਣ ਕੇ। ਜਿਵੇਂ ਨਾਮਦੇਵ ਦੀ ਜਬਰੀ ਬਣਾਈ ਸੀ, ਕਿਸੇ ਰੂਪ ਦੇ ਵਿੱਚ ਆਣ ਕੇ, ਇੱਦਾਂ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਣ ਕੇ ਉਹ ਕੰਮ ਕਰ ਰਿਹਾ ਹੈ, ਸਾਰੇ ਕੰਮ ਹੋ ਰਹੇ ਹੈ। ਤੋ ਬੈਠ ਗਏ ਸਨ ਨਾ, ਅਤੇ ਉਹਨਾਂ ਨੂੰ ਭਰੋਸਾ ਆ ਗਿਆ ਸੀ। ਤੇ ਪਹਿਲਾਂ ਤਾਂ ਭਰੋਸਾ ਆਉਂਦਾ ਹੈ ਕਹਿਣ ਵਾਲੇ 'ਤੇ, ਜਿਹੜਾ ਕਹਿ ਰਿਹਾ ਹੈ। ਅਗਰ ਉਹਦੇ 'ਤੇ ਭਰੋਸਾ ਆ ਗਿਆ, ਫਿਰ ਕਹੀ ਹੋਈ ਗੱਲ 'ਤੇ ਹੋਰ ਜ਼ਿਆਦਾ ਭਰੋਸਾ ਆਉਂਦਾ ਹੈ। ਇਹ ਗੱਲ ਖਿਆਲ ਵਿੱਚ ਰੱਖਿਓ, ਯਕੀਨ, ਸ਼ਰਧਾ ਕਈ ਗੱਲ 'ਤੇ ਹੋਰ ਜ਼ਿਆਦਾ ਆਵੇਗੀ। ਫਿਰ ਉਹ ਗੱਲ ਜਾ ਕੇ ਅੰਦਰ ਅਸਰ ਕਰੇਗੀ, ਤਾਂ ਉਹਦਾ ਅਸਰ ਹੁੰਦਾ ਹੈ। ਅਸਰ ਤਾਂ ਹੀ ਹੋਵੇਗਾ ਨਾ ਜਦੋਂ ਪੂਰਾ ਪੂਰਾ ਭਰੋਸਾ ਹੋਵੇ ਵੀ ਜੋ ਕਿਹਾ ਹੈ ਠੀਕ ਹੈ, ਬਿਲਕੁਲ ਠੀਕ, ਸਤ ਬਚਨ ਸਾਧੂ ਉਪਦੇਸ਼। ਤਾਂ ਉਹਦੇ 'ਤੇ ਅਮਲ ਹੋਣਾ ਸ਼ੁਰੂ ਹੋ ਜਾਵੇਗਾ। ਅਮਲ ਹੋਇਆ, ਨਿਸ਼ਚਿੰਤਤਾ ਆਈ, ਫਿਰ ਧਿਆਨ ਹਟਿਆ ਸੰਸਾਰ ਵੱਲੋਂ, ਅਤੇ ਫਿਰ ਹੋਰ ਜ਼ਿਆਦਾ ਭਰੋਸਾ ਆਇਆ, ਹੋਰ ਸ਼ਰਧਾ ਆਈ। ਫਿਰ ਤੁਸੀਂ ਦੇਖੋ, ਮੈਂ ਬੋਲ ਰਿਹਾ ਹਾਂ ਸਾਰਿਆਂ ਵਾਸਤੇ ਹੀ, ਅਤੇ ਕਈਆਂ ਨੂੰ ਭਰੋਸਾ ਆ ਰਿਹਾ ਹੈ।
ਉਹਨਾਂ ਦੀ ਸ਼ਰਧਾ ਵੱਜ ਰਹੀ ਹੈ, ਉਹਨਾਂ ਦਾ ਧਿਆਨ ਹਟ ਰਿਹਾ ਹੈ ਦੁਨੀਆ ਵੱਲ। ਉਹ ਕੈਸਾ ਸੁਣਦੇ ਹੋਣਗੇ, ਥੋੜ੍ਹਾ ਅਮਲ ਕਰਦੇ ਹੋਣਗੇ ਤਾਂ ਹੀ ਹਟ ਰਿਹਾ ਹੈ ਨਾ। ਪਹਿਲਾਂ ਭਰੋਸਾ ਹੈ ਤਾਂ ਹੀ ਸੁਣ ਰਹੇ ਹਨ ਨਾ। ਭਰੋਸੇ ਤੋਂ ਬਿਨਾਂ ਬੰਦਾ ਵੀ ਨਹੀਂ ਸੁਣਦਾ ਵੀ ਨਹੀਂ। ਪਤਾ ਨਹੀਂ ਇਹ ਗੱਲ ਠੀਕ ਕਹਿ ਰਹੇ ਕਿ ਨਹੀਂ ਕਹਿ ਰਹੇ। ਥੋੜ੍ਹਾ ਬਹੁਤਾ ਤਾਂ ਭਰੋਸਾ ਹੈ ਹੀ, ਤੁਹਾਨੂੰ ਵੀ ਹੋਵੇਗਾ ਹੀ, ਤਾਂ ਹੀ ਸੁਣ ਰਹੇ। ਪਰ ਪੂਰਾ ਨਹੀਂ ਹੈ ਨਾ। ਪੂਰਾ ਉਦੋਂ ਹੋਵੇਗਾ ਜਦੋਂ ਤੁਸੀਂ ਅਮਲ ਕਰੋਗੇ। ਅਮਲ ਕੀਤਿਆਂ ਹੀ ਭਰੋਸਾ ਵੱਧਦਾ ਹੈ, ਅਤੇ ਭਰੋਸਾ ਹੀ ਫਲੀਭੂਤ ਗਹਿਰਾ ਹੋ ਕੇ ਸ਼ਰਧਾ ਬਣਦੀ। ਪਹਿਲਾਂ ਕਹਿ ਲਓ ਵਿਸ਼ਵਾਸ, ਵਿਸ਼ਵਾਸ ਹੀ ਗਹਿਰਾ ਹੋ ਕੇ ਫਿਰ ਸ਼ਰਧਾ ਬਣਦੀ। ਪਹਿਲਾਂ ਤਾਂ ਵਿਸ਼ਵਾਸ ਹੀ ਕਰਨਾ ਪੈਂਦਾ, ਭਰੋਸਾ। ਅਤੇ ਜਿਹੜੇ ਭਰੋਸਾ ਕਰ ਰਹੇ ਹਨ ਉਹ ਧਿਆਨ ਹਟਾ ਰਹੇ ਹਨ ਸੰਸਾਰ, ਭਾਵ ਕਿ ਸੰਸਾਰ ਦਾ ਭਰੋਸਾ ਛੱਡ ਰਹੇ ਹਨ। ਖਿਆਲ ਵਿੱਚ ਰੱਖਿਓ ਵੀ ਸੰਸਾਰ ਦਾ ਪਹਿਲਾਂ ਭਰੋਸਾ ਛੱਡਣਾ ਹੈ। ਹੁਣ ਕੋਈ ਬੱਚਿਆਂ ਦੇ ਭਰੋਸੇ ਹੈ, ਕੋਈ ਘਰ ਦੇ ਭਰੋਸੇ ਹੈ, ਕੋਈ ਪਤੀ ਦੇ ਭਰੋਸੇ, ਕੋਈ ਪਤਨੀ ਦੇ ਭਰੋਸੇ, ਕੋਈ ਪ੍ਰੋਪਰਟੀ ਦੇ ਭਰੋਸੇ, ਕੋਈ ਬੈਂਕ ਬੈਲੈਂਸ ਦੇ ਭਰੋਸੇ। ਹੁਣ ਸੰਸਾਰ 'ਚ ਇੰਨੇ ਭਰੋਸੇ ਹਨ। ਜਦੋਂ ਆਹ ਸਾਰੇ ਭਰੋਸੇ ਛੁੱਟ ਜਾਂਦੇ ਹਨ ਨਾ, ਫਿਰ ਗੁਰੂ 'ਤੇ ਭਰੋਸਾ ਆਉਂਦਾ ਹੈ, ਸ਼ਰਧਾ ਆਉਂਦੀ। ਫਿਰ ਜਦੋਂ ਗੁਰੂ ਦਾ ਭਰੋਸਾ ਆ ਗਿਆ, ਸੰਸਾਰ ਦੇ ਭਰੋਸੇ ਛੁੱਟ ਗਏ, ਫਿਰ ਗੁਰੂ ਕਹਿੰਦਾ ਮੇਰਾ ਭਰੋਸਾ ਵੀ ਛੱਡੋ, ਕਿਉਂਕਿ ਮੇਰਾ ਭਰੋਸਾ ਵੀ ਸੰਸਾਰ ਦੇ ਭਰੋਸੇ ਛੱਡਣ ਵਾਸਤੇ ਹੀ ਸੀ। ਅਤੇ ਫਿਰ ਆਉਂਦਾ ਹੈ ਪਰਮਾਤਮਾ 'ਤੇ ਭਰੋਸਾ। ਅਤੇ ਜਿੰਨਾ ਚਿਰ ਤੁਸੀਂ ਸੰਸਾਰ ਦੇ ਭਰੋਸੇ ਨਹੀਂ ਛੱਡਦੇ ਹੋ, ਸੰਸਾਰ ਦੀ ਸੇਫਟੀ, ਉਹਦੇ ਵਿੱਚ ਆਦਮੀ ਨਿਸ਼ਚਿੰਤ ਹੋ ਜਾਂਦਾ ਵੀ ਮੈਂ ਸੇਫ ਹਾਂ, ਵੀ ਮੇਰਾ ਕੋਈ ਹੈ, ਮੈਨੂੰ ਕੋਈ ਸੰਭਾਲਣ ਵਾਲਾ, ਦੇਖਣ ਵਾਲਾ। ਉਹਨਾਂ ਚਿਰ ਪਰਮਾਤਮਾ ਦਾ ਭਰੋਸਾ ਪੈਦਾ ਨਹੀਂ ਹੁੰਦਾ। ਆਦਮੀ ਜਿੰਨਾ ਚਿਰ ਸੰਸਾਰ ਦੇ ਵਿੱਚ ਸੇਫ ਰਹਿਣਾ ਚਾਹੁੰਦਾ ਹੈ, ਜਿਵੇਂ ਵਿਦੇਸ਼ਾਂ ਦੇ ਵਿੱਚ ਹੈ ਵੀ ਬੁਢੇਪੇ 'ਚ ਸਰਕਾਰ ਸਾਂਭਦੀ ਹੈ ਲੋਕਾਂ ਨੂੰ, ਤਾਂ ਉਹ ਆਪਣੇ ਬੱਚਿਆਂ ਦੇ ਭਰੋਸੇ ਵੀ ਛੱਡ ਦਿੰਦੇ ਹਨ। ਉਹਨਾਂ ਨੂੰ ਪਤਾ ਹੈ ਸਰਕਾਰ ਦਾ ਭਰੋਸਾ ਹੈ, ਉਹ ਸਾਂਭੇਗੀ, ਉਹ ਇਲਾਜ ਕਰੇਗੀ, ਬਿਮਾਰ ਹੋਵਾਂਗੇ, ਸਾਰਾ ਕੁਛ। ਤਾਂ ਸਰਕਾਰ ਦੇ ਭਰੋਸੇ ਬੈਠੇ ਹੋਏ। ਅਤੇ ਜਿਹਨੂੰ ਕੋਈ ਬਾਹਰ ਭਰੋਸਾ ਹੈ ਤਾਂ ਉਸ ਭਰੋਸੇ ਉਹ ਨਿਸ਼ਚਿੰਤ ਹੋ ਜਾਂਦਾ ਹੈ, ਭਾਵ ਕਿ ਅਚੇਤ ਹੋ ਜਾਂਦਾ ਹੈ। ਮਨੁੱਖ ਇਸੇ ਕਰਕੇ ਹੀ ਜ਼ਿਆਦਾ ਅਚੇਤ ਹੋ ਗਿਆ ਹੈ, ਪਸ਼ੂਆਂ ਨਾਲੋਂ ਵੀ ਜ਼ਿਆਦਾ ਅਚੇਤ ਹੈ, ਕਿਉਂਕਿ ਇਹ ਸੇਫ ਹੋ ਗਿਆ ਹੈ। ਵੀ ਕੁੰਡੇ ਦਰਵਾਜ਼ੇ ਲੱਗੇ ਹੋਏ ਹਨ, ਬਿਲਕੁਲ ਅੰਦਰ ਕੋਈ ਨਹੀਂ ਆ ਸਕਦਾ, ਅਤੇ ਬਿਲਕੁਲ ਮੂਰਛਿਤ ਹੈ। ਪਸ਼ੂ ਇੱਦਾਂ ਮੂਰਛਿਤ ਨਹੀਂ ਹਨ, ਨਾ ਪੰਛੀ ਹਨ, ਉਹ ਸੁਚੇਤ ਹਨ। ਇਸੇ ਕਾਰਨ ਹੀ ਪੁਰਾਣੇ ਸਮਿਆਂ ਦੇ ਵਿੱਚ ਘਰ ਬਾਰ ਛੱਡ ਕੇ ਜੰਗਲਾਂ 'ਚ ਚਲੇ ਗਏ ਸਨ ਪਰਮਾਤਮਾ ਦਾ ਭਰੋਸਾ ਪਾਉਣ ਵਾਸਤੇ। ਜਦੋਂ ਕੋਈ ਨਹੀਂ ਹੈ ਜੰਗਲ ਦੇ ਵਿੱਚ, ਚਾਰ ਚੁਫੇਰੇ ਜਾਨਵਰ ਹੀ ਜਾਨਵਰ ਹਨ, ਕਿਸੇ ਦਾ ਭਰੋਸਾ ਨਹੀਂ ਹੈ ਉੱਥੇ, ਕੋਈ ਆਪਣਾ ਨਹੀਂ ਹੈ। ਜਦੋਂ ਆਪਣਾ ਕੋਈ ਨਹੀਂ ਹੈ, ਫਿਰ ਆਦਮੀ ਪਰਮਾਤਮਾ ਨੂੰ ਯਾਦ ਕਰਦਾ, ਪਰਮਾਤਮਾ 'ਤੇ ਭਰੋਸਾ ਬਣਦਾ। ਤਦੇ ਕਿਹਾ ਹੈ ਨਾ, ਭੈ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੇ। ਭੈ ਤੋਂ ਬਿਨਾਂ, ਡਰ ਤੋਂ ਬਿਨਾਂ, ਮੌਤ ਦਾ ਡਰ। ਇਸੇ ਕਾਰਨ ਕਿਹਾ ਹੈ ਮੌਤ ਨੂੰ ਚੇਤੇ ਰੱਖੋ। ਹੁਣ ਤੁਸੀਂ ਕਿੰਨੇ ਵੀ ਸੇਫ ਹੋ ਭਾਵੇਂ, ਫਿਰ ਵੀ ਮੌਤ ਆ ਸਕਦੀ। ਆ ਸਾਰਿਆਂ ਦੇ ਭਰੋਸੇ ਨਾ ਬੈਠੋ, ਕਿਉਂਕਿ ਸਾਰਿਆਂ ਦੇ ਭਰੋਸੇ ਵੀ ਬੈਠ ਗਏ, ਇਹ ਬਚਾ ਨਹੀਂ ਸਕਦੇ ਤੁਹਾਨੂੰ। ਮੌਤ ਆ ਜਾਵੇਗੀ, ਧਨ ਸੰਪੱਤੀ ਵੀ ਇੱਥੇ ਰਹਿ ਜਾਵੇਗੀ, ਕੋਈ ਨਹੀਂ ਬਚਾ ਸਕਦਾ। ਇਸ ਕਰਕੇ ਇਹਨਾਂ ਦਾ ਭਰੋਸਾ ਛੱਡੋ। ਫਿਰ ਕਈਆਂ ਨੂੰ ਆਪਣੇ ਆਪ 'ਤੇ ਭਰੋਸਾ ਹੁੰਦਾ ਵੀ ਮੈਂ ਬਹੁਤ ਤਕੜਾ ਹਾਂ, ਮੈਂ ਬਚ ਸਕਦਾ। ਨਹੀਂ, ਆਪਣੇ ਆਪ 'ਤੇ ਵੀ ਭਰੋਸਾ ਨਾ ਰੱਖੋ।
ਜਦੋਂ ਸਾਰੇ ਹੀ ਭਰੋਸੇ ਛੁੱਟ ਜਾਂਦੇ ਹਨ ਨਾ ਦੁਨੀਆ ਦੇ ਵੀ, ਆਪਣੇ 'ਤੇ ਵੀ ਭਰੋਸਾ ਨਹੀਂ ਰਹਿ ਜਾਂਦਾ ਹੈ ਵੀ ਮੈਂ ਬਚ ਸਕਦਾ ਹਾਂ ਆਪਣੇ ਆਪ, ਫਿਰ ਪਰਮਾਤਮਾ 'ਤੇ ਭਰੋਸਾ। ਫਿਰ ਉਹ ਕਹਿੰਦੇ ਹਨ ਤੇਰੇ ਭਰੋਸੇ ਜੀ ਮੈਂ ਲਾਡ ਲਡਾਇਆ। ਉਹਦੇ ਭਰੋਸੇ ਇਹ ਹਨ, ਜਿਵੇਂ ਛੋਟਾ ਜਿਹਾ ਬੱਚਾ ਹੈ ਮਾਤਾ ਪਿਤਾ 'ਤੇ ਭਰੋਸੇ। ਹੁਣ ਆਪਣੇ ਆਪ ਤੇ ਕੁਛ ਵੀ ਨਹੀਂ ਕਰ ਸਕਦਾ, ਨਾ ਪ੍ਰੋਪਰਟੀ ਹੈ, ਨਾ ਜਾਇਦਾਦ ਹੈ, ਨਾ ਕੁਛ ਹੈ ਉਹਦੇ ਕੋਲ, ਉਹਦੇ ਕੋਈ ਭਰੋਸਾ ਨਹੀਂ ਹੈ। ਤੋ ਮਾਤਾ ਪਿਤਾ ਦੇ ਭਰੋਸੇ। ਇੱਦਾਂ ਹੀ ਪ੍ਰਭੂ ਦੇ ਪਿਆਰਿਆਂ ਕੋਲ ਕੋਈ ਵੀ ਭਰੋਸਾ ਨਹੀਂ ਹੈ ਦੁਨੀਆ ਦੇ ਵਿੱਚ, ਸਾਰੇ ਭਰੋਸੇ ਛੱਡ ਦਿੰਦੇ ਹਨ। ਫਿਰ ਉਹ ਕਹਿੰਦੇ ਹਨ ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਾਉ ਕਿਹਾ ਕਾੜਾ ਜੀ। ਉਹਨਾਂ ਨੇ ਛੱਡ ਦਿੱਤੇ ਸਨ ਸਾਰੇ ਭਰੋਸੇ, ਤਾਂ ਹੀ ਕਿਹਾ ਸੀ ਨਾ ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ। ਇੱਕ ਨੂੰ ਹੀ ਸਾਰਾ ਕੁਛ ਬਣਾ ਲਿਆ ਉਹਨਾਂ ਨੇ, ਉਹਦੇ 'ਤੇ ਹੀ ਭਰੋਸਾ ਕਰ ਲਿਆ। ਤੇ ਪਹਿਲਾਂ ਭਰੋਸਾ ਆਵੇਗਾ ਜਿਹੜਾ ਕਹਿ ਰਿਹਾ ਹੈ ਉਹਦੇ 'ਤੇ, ਕਹਿਣ ਵਾਲੇ 'ਤੇ ਭਰੋਸਾ ਹੈ ਤੇ ਤੁਸੀਂ ਪੂਰੀ ਗਹਿਰਾਈ ਦੇ ਨਾਲ ਸੁਣੋਗੇ ਤੇ ਵੈਸਾ ਹੀ ਕਰੋਗੇ ਹੀ ਨਾ। ਤੇ ਮੈਂ ਕਹਿੰਦਾ ਅਗਰ ਤੁਹਾਨੂੰ ਭਰੋਸਾ ਹੈ ਤੇ ਸਾਰੇ ਭਰੋਸੇ ਛੱਡੋ ਤੇ ਭਰੋਸਾ ਪੂਰਾ ਹੋਵੇਗਾ। ਇਹ ਝੂਠੀ ਦੁਨੀਆ ਦਾ ਭਰੋਸਾ ਨਾ ਕਰੋ, ਇਹ ਤੁਹਾਨੂੰ ਨਰਕਾਂ 'ਚ ਲੈ ਕੇ ਜਾਵੇਗੀ। ਹੁਣ ਇਸ ਗੱਲ ਦਾ ਵੀ ਭਰੋਸਾ ਤੁਸੀਂ ਕਰੋਗੇ ਤਾਂ ਹੀ ਭਰੋਸਾ ਆਵੇਗਾ ਨਾ। ਝੂਠੀ ਦੁਨੀਆ ਲੱਗ ਨਾ ਆਪ ਵੰਜਾਈਏ।